ਇਹ ਹੁਣ ਨਾ 1965 ਹੈ ਨਾ 1971 ਹੈ। ਅਸੀਂ ਭਾਰਤੀ ਫੌਜਾਂ ਨੂੰ ਪੰਜਾਬ ਚੋਂ ਲੰਘਣ ਨਹੀਂ ਦਿਆਂਗੇ। ਇਸ ਵਾਰ ਮੁਸਲਿਮ ਭੈਣ ਭਰਾਵਾਂ ਦੀ ਇਹ ਕਤਲੋਗਾਰਤ ਕਰਦਾ ਹੈ ਤੇ ਇਹ ਗੁਜਰਾਤ ਦਾ ਚੀਫ ਮਿਨਿਸਟਰ ਬਣਦਾ ਹੈ। ਪਾਣੀ ਨੂੰ ਇੱਕ ਹਥਿਆਰ ਦੀ ਵਜੋਂ ਯੂਜ਼ ਕਰਨਾ ਚਾਹੁੰਦਾ ਹੈ। ਅਸੀਂ ਪਾਕਿਸਤਾਨ ਦੇ ਨਾਲ ਇੱਟ ਵਾਂਗੂ ਖੜੇ ਹਾਂ। पाकिस्तान जिंदाबाद, खालिस्तान जिंदाबाद। सियासी मैदान की हर बड़ी खबर से आगाह रहने के लिए हमारे चैनल आजाद सियासत को सब्सक्राइब करें और बेल आइकन को प्रेस करें। जी बिस्मिल्लाहिर्रहमानिर्रहीम। आपको खुशामदीद कहते हैं। और आज का जो इंटरव्यू है बड़ा अहम है। अहम इसलिए है कि इस वक्त जो भारत ने दुनिया भर में दहशतगर्दी फैला रखी है और जिस तरह वो दूसरे ममालिक में जाकर लोगों को टारगेट करता है और उसका एक शिकार या जिन्होंने उस दहशतगर्दी को सहा है और उसका मुकाबला किया है और भरपूर मुकाबला किया और कर रहे हैं पूरी दुनिया में, वो आज हमारे साथ मौजूद है। गुरपतवंत सिंह साहब, जो कि सिखों के इस वक्त सबसे बड़े रहनुमा हैं, जो रेफरेंडम्स की हमने देखा पूरी दुनिया में मुनक्किद हुए और वो उसके जो है एसएफजे के वो सरबराह भी हैं, उनके तर्जुमान भी हैं और इस वक्त पूरी दुनिया में वो जो खालिस्तान की रियासत के क़याम के लिए वो कोशिशें कर रहे हैं। मैं उनको खुशामदीद कहता हूँ जी। तुहानू खुशामदीद कहने हैं जी। जी अजहर भाई, ਤੁਹਾਨੂੰ ਵੀ ਤੇ ਪਾਕਿਸਤਾਨ ਔਰ ਦੁਨੀਆ ਭਰ ਦੇ ਵਿੱਚ ਬੈਠੇ ਮੇਰੇ ਮੁਸਲਿਮ ਭੈਣ ਭਰਾ ਸਭ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਛਾ, ਅਸੀਂ ਤੁਹਾਡੇ ਨਾਲ ਮੇਰੀ ਮੁਲਾਕਾਤ ਵੈਨਕੂਵਰ ਵੀ ਹੋਈ ਸੀ ਤੇ ਉਦੋਂ ਵੀ ਤੁਸੀਂ ਬੜਾ ਕੰਮ ਕਰ ਰਹੇ ਸੀ ਤੇ ਉਸ ਤੋਂ ਬਾਅਦ ਦੇਖਿਆ ਕਿ ਇੰਡੀਆ ਤੁਹਾਨੂੰ ਬਹੁਤ ਜ਼ਿਆਦਾ ਟਾਰਗੇਟ ਕਰ ਰਿਹਾ ਹੈ, ਬਹੁਤ ਜ਼ਿਆਦਾ ਇੱਕ ਨਿੱਜਰ ਸ਼ਹੀਦ ਨੂੰ ਵੀ ਸ਼ਹੀਦ ਕੀਤਾ ਉੱਥੇ ਔਰ ਸਾਰੇ ਮਾਮਲਾ ਹੋਏ। ਉਹਦੇ ਤਾਂ ਆਉਣ ਤੋਂ ਪਹਿਲੇ ਅਸੀਂ ਜਿਹੜਾ ਹੁਣ ਪਾਕਿਸਤਾਨ ਦੇ ਨਾਲ ਜਿਹੜਾ ਕਰਨ ਦੀ ਕੋਸ਼ਿਸ਼ ਕਰਦੇ ਪਏ ਨੇ ਤੇ ਖਾਸ ਤੌਰ ਤੇ ਜਿਹੜਾ ਉਹਨਾਂ ਨੇ ਇੱਥੇ ਪਹਿਲਗਾਮ ਵਿੱਚ ਆਪਣੇ ਹੀ ਬੰਦੇ ਮਾਰ ਦਿੱਤੇ ਤੇ ਮਾਰ ਕੇ ਤੇ ਉਹ ਪਾਕਿਸਤਾਨ ਦੇ ਪਾ ਰਿਹਾ, ਤੁਸੀਂ ਇਹਦੇ ਜੀ ਦੇਖੋ ਅਜ਼ਹਰ ਸਾਹਿਬ, ਇਹ ਜਿਹੜਾ ਪਹਿਲਗਾਮ ਦੇ ਵਿੱਚ ਹੋਇਆ ਇਸ ਦੇ ਵਿੱਚ ਉਹਨਾਂ ਨੇ ਆਪਣੇ ਜਿਹੜੇ ਹਿੰਦੂ ਜਿਨ੍ਹਾਂ ਦਾ ਧਰਮ ਸੀ, ਜੋ ਸੀ ਭਰਾ, ਉਹ ਉਹਨਾਂ ਨੇ ਮਾਰ ਮੁਕਾਏ ਹੈ। ਤੇ ਇਸ ਦਾ ਕਾਰਨ ਜਿਹੜਾ ਨਾ ਉਹ ਸਮਝਣਾ ਬਹੁਤ ਜ਼ਰੂਰੀ ਆ। ਇਸ ਦਾ ਕਾਰਨ ਜਿਹੜਾ ਹੈ ਉਹ ਰਾਜਨੀਤਿਕ ਕਾਰਨ ਹੈ, ਰਾਜਨੀਤਿਕ ਵੋਟਾਂ ਹੈ। ਜਿਹੜੀ ਇਹ ਪਹਿਲਗਾਮ ਮੈਸੇਕਰ ਆਫ ਹਿੰਦੂਸ ਹੋਇਆ, ਦੈਟ ਇਜ਼ ਬੇਸਿਕਲੀ ਟੂ ਵਿਨ ਦਾ ਇਲੈਕਸ਼ਨਸ। ਔਰ ਇਲੈਕਸ਼ਨ ਇਸ ਵਕਤ ਨਰਿੰਦਰ ਮੋਦੀ ਦੀ ਬਿਹਾਰ ਦੇ ਵਿੱਚ ਚੱਲ ਰਹੀ ਹੈ। ਔਰ ਜੇ ਤੁਸੀਂ ਪਿਛਲੇ ਸਮੇਂ ਦੀਆਂ ਇਲੈਕਸ਼ਨਾਂ ਦੇਖੋ ਪਾਰਲੀਮੈਂਟ ਦੀਆਂ, ਜਿਨ੍ਹਾਂ ਨੇ 400 ਪਾਰ ਕਰਨਾ ਸੀ ਉਹ 200 ਤੱਕ ਰਹਿ ਗਏ। ਔਰ ਇਸ ਵਕਤ ਮੋਦੀ ਦੀ ਸਰਕਾਰ ਤੇ ਉਹਨਾਂ ਦਾ ਜਿਹੜਾ ਹਿੰਦੂਤਵਾ ਏਜੰਡਾ ਹੈ, ਇਸ ਇੰਡੀਆ ਨੂੰ ਇੱਕ ਹਿੰਦੁਸਤਾਨ ਹਿੰਦੂਤਵਾ ਹਕੂਮਤ ਬਣਾ ਦੇਣਾ, ਉਹ ਉਹਨਾਂ ਦਾ ਜਿਹੜਾ ਹੈ ਉਹ ਮਨਸੂਬੇ ਪੂਰੇ ਨਹੀਂ ਸੀ ਹੋ ਰਹੇ। ਸੋ ਇਲੈਕਸ਼ਨ ਜਿੱਤਣ ਵਾਸਤੇ ਔਰ ਪਾਕਿਸਤਾਨ ਨੂੰ ਜਸਟ ਟੂ ਆਈਸੋਲੇਟ ਪਾਕਿਸਤਾਨ ਨੂੰ ਹਮੇਸ਼ਾ ਦੱਸਣਾ ਕਿ ਇਹ ਅੱਤਵਾਦ ਫੈਲਾਉਂਦੇ ਹੈ, ਉਹ ਦੁਨੀਆ ਭਰ ਦੇ ਵਿੱਚ ਦੱਸਣ ਵਾਸਤੇ ਉਹਨਾਂ ਨੇ ਪਹਿਲਗਾਮ ਦੇ ਵਿੱਚ ਆਪਣੇ ਹੀ ਬਰਾਦਰੀ ਦੇ ਹਿੰਦੂ ਧਰਮ ਦੇ ਜਿਹੜੇ ਲੋਕ ਹੈ ਉਹਨਾਂ ਨੇ ਮਾਰ ਮੁਕਾਏ। ਔਰ ਇਸ ਦਾ ਬੈਕਗਰਾਉਂਡ ਇਹ ਹੈ ਕਿ ਜਿੰਨੀ ਵਾਰ ਵੀ ਅਮਰੀਕਾ ਦਾ ਕੋਈ ਪ੍ਰੈਜ਼ੀਡੈਂਟ ਜਾਂ ਵਾਈਸ ਪ੍ਰੈਜ਼ੀਡੈਂਟ, ਹੁਣ ਇਸ ਵਕਤ ਵਾਈਸ ਪ੍ਰੈਜ਼ੀਡੈਂਟ JD ਵੈਂਸ ਨੇ ਉੱਥੇ ਪਹੁੰਚਣਾ ਸੀ, ਇਸ ਤੋਂ ਵੱਡਾ ਮੌਕਾ ਉਹਨਾਂ ਦੇ ਕੋਲ ਪੋਲੀਟੀਕਲ ਗੇਨ ਦਾ ਐਂਡ ਟੂ ਆਈਸੋਲੇਟ ਪਾਕਿਸਤਾਨ ਨਹੀਂ ਸੀ। ਔਰ ਇਸ ਏਜੰਸੀਜ਼ ਨੇ ਇਹ ਸਾਰਾ ਆਪਣੇ ਏਜੰਸੀਜ਼ ਦੇ ਐਂਡ ਥਰੂ ਪ੍ਰੌਕਸੀਜ਼ ਕਿਲ ਕਰਕੇ ਐਂਡ ਦੇ ਹੈਵ ਸਟਾਰਟਡ ਬਲੇਮਿੰਗ ਪਾਕਿਸਤਾਨ। ਤੇ ਇਹਦੇ ਵਿੱਚ ਜੋ ਹੁਣ ਇੱਕ ਜੰਗ ਦੀ ਕੈਫੀਅਤ ਬਣਾ ਰਹੇ ਨੇ ਜਿਹੜਾ ਭਾਰਤ ਸਰਕਾਰ ਵੱਲੋਂ, ਤੇ ਖਾਸ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਜੀ ਪਾਣੀ ਬੰਦ ਕਰ ਦਿੱਤਾ ਜਾਏਗਾ ਪਾਕਿਸਤਾਨ ਦਾ। ਔਰ ਜੋ ਇਹਦੇ ਉੱਤੇ ਤੁਹਾਡੀ ਕੀ ਕਹਿੰਦੇ ਹੋ ਤੁਸੀਂ ਇਹਦੇ ਉੱਤੇ? ਦੇਖੋ, ਨਰਿੰਦਰ ਮੋਦੀ ਗਵਰਨਮੈਂਟ ਇਜ਼ ਅ ਫੈਸ਼ਿਸਟ ਟੈਰਰ ਰਜੀਮ। ਇਹ ਆਪਾਂ ਨੂੰ ਸਮਝਣਾ ਪੈਣਾ। ਜਿਸ ਬੰਦੇ ਦਾ ਜਿਹੜਾ ਦਿਮਾਗ ਹੈ ਉਹ ਹਮੇਸ਼ਾ ਮਾਰ ਕੇ ਰਾਜ ਕਰਨ ਚ ਚੱਲਦਾ ਹੈ। He always wants to kill a minority or even majority this time to win an election and to be in power.
ਜੇ ਤੁਸੀਂ ਇਸ ਦੀ ਬੈਕਗਰਾਉਂਡ ਦੱਸਣੀ ਬਹੁਤ ਜ਼ਰੂਰੀ ਹੈ ਪਾਣੀ ਤੱਕ ਪਹੁੰਚਣ ਨੂੰ। ਜੇ 2002 ਦੇ ਵਿੱਚ ਗੁਜਰਾਤ ਦੇ ਵਿੱਚ ਹਜ਼ਾਰਾਂ ਮੁਸਲਿਮਸ ਭੈਣ ਭਰਾਵਾਂ ਦੀ ਇਹ ਕਤਲੋਗਾਰਤ ਕਰਦਾ ਹੈ ਤੇ ਇਹ ਗੁਜਰਾਤ ਦਾ ਚੀਫ ਮਿਨਿਸਟਰ ਬਣਦਾ ਹੈ, ਔਰ ਦੁਨੀਆ ਭਰ ਦੇ ਮੁਲਕ, ਚਾਹੇ ਅਮਰੀਕਾ, ਚਾਹੇ ਕੈਨੇਡਾ, ਯੂਕੇ ਹੈ, ਯੂਰਪੀਅਨ ਯੂਨੀਅਨ ਹੈ, ਉਹਨਾਂ ਨੇ ਇਸ ਇਨਸਾਨ ਨੂੰ ਜਿਹੜਾ ਫਸਟ, ਹੀ ਇਜ਼ ਦਾ ਓਨਲੀ ਵਨਸ political leader who has ever been banned to travel to the foreign countries. ਅਮਰੀਕਾ ਨੇ ਬੈਨ ਕੀਤਾ, ਕੈਨੇਡਾ ਨੇ ਕੀਤਾ, ਪੂਰੇ ਯੂਰਪ ਨੇ ਬੈਨ ਕੀਤਾ, ਕਿਉਂਕਿ ਉਹਨਾਂ ਨੇ ਮੁਸਲਿਮ ਦੀ ਕਤਲੋਗਾਰਤ ਭੈਣ ਭਰਾਵਾਂ ਦੀ ਕੀਤੀ ਗੁਜਰਾਤ ਦੇ ਵਿੱਚ। ਸੋ ਜਿਹੜੀ ਇਹਦੀ ਪੋਲਿਟਿਕਸ ਹੈ, his politics runs on the massacre of minorities and now massacre of majorities. He doesn't care to stay in the power. ਔਰ ਅੱਜ ਦੀ ਤਰੀਕ 'ਚ he wants to use water as a weapon. ਉਹ ਪਾਣੀ ਨੂੰ ਇੱਕ ਹਥਿਆਰ ਦੀ ਵਜੋਂ ਯੂਜ਼ ਕਰਨਾ ਚਾਹੁੰਦਾ ਹੈ, ਔਰ ਪਾਕਿਸਤਾਨ ਨੂੰ ਕਾਰਨਰ ਕਰਕੇ, ਆਈਸੋਲੇਟ ਕਰਕੇ ਦੁਨੀਆ 'ਚ ਇਹ ਦੱਸਣਾ ਚਾਹੁੰਦਾ ਹੈ ਕਿ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਜੋ ਦੁਨੀਆ 'ਚ ਇਹਨਾਂ ਨੇ ਅੱਤਵਾਦ ਫੈਲਾਇਆ ਹੋਇਆ, ਔਰ ਇਹਦੇ 'ਚ ਮੇਰੀ ਗੱਲ ਦਾ ਤੁਸੀਂ ਬੁਰਾ ਨਾ ਮੰਨਣਾ, ਇਹਦੇ ਵਿੱਚ ਪਾਕਿਸਤਾਨ ਸਰਕਾਰਾਂ ਦਾ 1950 ਤੋਂ ਹੱਥ ਹੈ ਕਿ ਉਹ they are just letting it happen. They are letting a government like a Hindutva government like Modi and before that Congress, they are letting it happen ਕਿ ਉਹ ਪਾਕਿਸਤਾਨ ਦੇ ਵਿੱਚ ਟੈਰਰਿਜ਼ਮ ਫੈਲਾ ਰਹੇ ਹੈ। 1971 ਦੇ ਵਿੱਚ ਇੱਕ ਵੱਡਾ ਹਿੱਸਾ ਪਾਕਿਸਤਾਨ ਦਾ ਉਹਨਾਂ ਨੇ ਤੜਵਾ ਕੇ ਬੰਗਲਾਦੇਸ਼ ਬਣਾਤਾ। Now they are eyeing ਬਲੋਚਿਸਤਾਨ। So I am not going to say ਕਿ ਜਿਹੜਾ ਪਾਕਿਸਤਾਨ ਹੈ ਉਹ ਹਮੇਸ਼ਾ ਪੈਸਿਵਲੀ ਆਪਣਾ ਘਰ ਬਚਾਈ ਜਾਏ। ਹੁਣ ਤੁਹਾਡੇ ਘਰਾਂ ਦੇ ਵਿੱਚ ਮੀਂਹ ਪੈਂਦਾ ਪਿਆ ਤੇ ਤੁਸੀਂ ਕੋਈ ਮੈਂ ਸਿਰ ਦੇ ਉੱਤੇ ਨਾ ਛਤਰੀ ਲੈ ਲਿਆ ਕਰਾਂਗਾ ਜਦੋਂ ਮੀਂਹ ਆਏਗਾ। ਆਰ ਯੂ ਨਾਟ ਗੋਇੰਗ ਟੂ ਸੀ ਦਾ ਫਿਊਚਰ ਕਿ ਜੇ ਇਹ ਤੁਸੀਂ ਅੱਤਵਾਦ ਮੀਂਹ ਫੈਲਾਉਣ ਵਾਲਾ ਮੋਦੀ ਨਾ ਰੋਕਿਆ ਤੇ what is going to happen to the ਪਾਕਿਸਤਾਨ। ਇਹਦੇ 'ਚ ਪਾਕਿਸਤਾਨ ਦੀ ਸਰਕਾਰ, ਇਹਦੇ 'ਚ ਪਾਕਿਸਤਾਨ ਦਾ ਆਵਾਮ, ਮੇਰੀ ਉਹਨਾਂ ਨੂੰ ਬੇਨਤੀ ਹੈ ਪਾਕਿਸਤਾਨ ਦੇ ਆਵਾਮ ਨੂੰ ਕਿ ਜਿਹੜਾ ਤੁਸੀਂ ਇੰਡੀਆ ਦਾ ਕਲਚਰ ਤੁਹਾਡੇ ਵਿੱਚ ਇਹ ਇੰਟੈਗ੍ਰੇਟ ਕਰਦੇ ਪਏ ਥਰੂ ਬਾਲੀਵੁੱਡ, ਸਭ ਤੋਂ ਪਹਿਲਾਂ ਤੁਹਾਨੂੰ ਉਹ ਕੱਟ ਡਾਊਨ ਕਰਨਾ ਪੈਣਾ ਹੈ। ਔਰ ਜਿਹੜਾ ਪਾਣੀ ਹੈ, ਜੇ ਪਾਣੀ ਉਹ ਤੁਹਾਡਾ ਰੋਕ ਦੇਣਗੇ ਤੇ ਤੁਸੀਂ ਸਟੈਪ ਕੀ ਲਓਗੇ? ਇਫ ਆਲ ਯੂ ਆਰ ਕੀਪ ਔਨ ਸੇਇੰਗ ਇਜ਼ ਕਿ ਜੀ ਜੇ ਤੁਸੀਂ ਸਾਡੇ ਤੇ ਹਮਲਾ ਕਰੋਗੇ ਅਸੀਂ ਤੁਹਾਨੂੰ ਜਵਾਬ ਦੇਵਾਂਗੇ। ਭਾਈ ਹਮਲਾ ਤਾਂ ਕਰੀ ਜਾਂਦੇ ਪਏ ਹੈ। 61 ਉਹਨਾਂ ਨੇ 65 'ਚ ਵੀ ਹਮਲਾ ਕੀਤਾ, ਉਹਨਾਂ ਨੇ 71 'ਚ ਵੀ ਕੀਤਾ, ਉਹਨਾਂ ਨੇ ਆ ਤੁਹਾਡੇ ਹੁਣ 1999 ਦੇ ਵਿੱਚ ਫਿਰ ਹਮਲਾ ਕੀਤਾ, ਫਿਰ ਤੁਹਾਡੇ ਸਰਜੀਕਲ ਸਟ੍ਰਾਈਕ ਕੀਤੀ। ਹੋਰ ਹੁਣ ਕੀ ਕਰਨ? ਹੁਣ ਕੀ ਕਰਨ? ਪਾਕਿਸਤਾਨ ਨੂੰ 5 ਟੋਟੇ ਕਰ ਦੇਣ? ਕੀ ਕਰਨ? ਪਾਕਿਸਤਾਨ ਹੈਜ਼ ਟੂ ਡੂ ਸਮਥਿੰਗ ਐਕਟਿਵਲੀ, not passively. They have to take a stand for the country. They have to take a stand for the Pakistan people that we are not going to just only counter. We are going to go actively and make sure that they expose this Narendra Modi, they expose this Indian government, their transnational repression. ਬਿਲਕੁਲ ਇਹਦੇ ਤੇ ਤੁਸੀਂ ਸਟੇਟਮੈਂਟ ਵੀ ਦੇਖੀ ਹੋਏਗੀ ਕਿ ਪਾਕਿਸਤਾਨ ਦੇ ਆਰਮੀ ਚੀਫ ਨੇ ਵੀ ਤੇ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੇ ਵੀ ਅੱਜ ਕਿਹਾ ਹੈ ਕਿ ਜੇ ਕੋਈ ਪਾਣੀ ਦੇ ਮਸਲੇ ਤੇ ਕੀਤਾ ਤੇ ਅਸੀਂ ਉਹਨੂੰ ਐਕਟ ਆਫ ਵਾਰ ਸਮਝਿਆ ਜਾਏਗਾ। ਜੇ ਇਹ ਵਾਰ ਹੁੰਦੀ ਹੈ ਪਾਕਿਸਤਾਨ ਤੇ ਇੰਡੀਆ 'ਚ ਤੇ ਆਪਣੇ ਜਿਹੜੇ ਕਰੋੜਾਂ ਸਿੱਖ ਭਰਾ ਨੇ ਜਿਹੜੇ ਉਸ ਪਾਸੇ ਰਹਿੰਦੇ ਨੇ, ਵਸਦੇ ਨੇ, ਉਹਨਾਂ ਦਾ ਕੀ ਤੁਹਾਨੂੰ ਰੱਦ ਅਮਲ ਨਜ਼ਰ ਆਉਂਦਾ? ਤੁਸੀਂ ਤੇ ਉਹਨਾਂ ਨਾਲ ਇਨ ਟੱਚ ਰਹਿੰਦੇ ਹੋ ਰੋਜ਼ਾਨਾ ਦੇ ਬੁਨਿਆਦ ਤੇ, ਡੇਲੀ ਤੁਹਾਡੇ ਉਹਨਾਂ ਨਾਲ ਕਨੈਕਸ਼ਨਸ ਵੀ ਨੇ, ਕੋਰਸਪੋਂਡੈਂਸ ਵੀ ਹੁੰਦੀ ਹੈ ਤੁਹਾਡੀ। ਦੇਖੋ ਇਹਦੇ ਵਿੱਚ ਇਹ ਹੁਣ ਨਾ 1965 ਹੈ ਨਾ 1971 ਹੈ, ਰਾਈਟ? ਉਹ ਸਾਡੇ ਤੋਂ ਇਸ ਦੁਨੀਆ 'ਚ ਆਉਣ ਤੋਂ ਪਹਿਲਾਂ ਦੀਆਂ ਗੱਲਾਂ। ਅੱਜ ਹੈਗਾ 2025 ਐਂਡ ਆਈ ਕੈਨ ਅਸ਼ੋਰ ਪਾਕਿਸਤਾਨ ਆਵਾਮ ਕਿ ਅਸੀਂ ਪਾਕਿਸਤਾਨ ਦੇ ਨਾਲ ਇੱਟ ਵਾਂਗੂ ਖੜੇ ਹਾਂ। ਕੋਈ ਇੰਡੀਅਨ ਆਰਮੀ ਦੀ ਅਸੀਂ ਇੰਨੀ ਹਿੰਮਤ ਨਹੀਂ ਹੋਣ ਦਿਆਂਗੇ ਕਿ ਉਹ ਪੰਜਾਬ 'ਚੋਂ ਲੰਘ ਕੇ ਪਾਕਿਸਤਾਨ ਦੇ ਉੱਤੇ ਹਮਲਾ ਕਰਨ, ਕਿਉਂਕਿ ਪਾਕਿਸਤਾਨ ਜਿਹੜਾ ਹੈ ਜਿਸ ਦਾ ਉਸਦਾ ਨਾਮ ਹੀ ਪਾਕ ਹੈ। ਇੱਥੋਂ ਤੁਹਾਨੂੰ ਪਾਕਿਸਤਾਨ ਨੂੰ ਸਮਝਣਾ ਪੈਣਾ। ਸਿੱਖ ਸਮਝ ਚੁੱਕੇ ਹੈ ਉਹ ਇੱਕ ਪਾਕ ਜਗ੍ਹਾ ਹੈ ਜਿੱਥੇ ਸਾਡੇ ਗੁਰੂ ਨਾਨਕ ਸਾਹਿਬ ਦਾ ਘਰ ਹੈ। ਅਸੀਂ ਭਾਰਤੀ ਫੌਜਾਂ ਨੂੰ ਪੰਜਾਬ 'ਚੋਂ ਲੰਘਣ ਨਹੀਂ ਦਿਆਂਗੇ ਇਸ ਵਾਰ, ਪਰ ਬੇਸ਼ਰਤੇ ਕਿ ਪਾਕਿਸਤਾਨ ਦੀ ਸਰਕਾਰ ਤੇ ਪਾਕਿਸਤਾਨ ਦਾ ਆਵਾਮ ਇਸ ਗੱਲ ਦੇ ਉੱਤੇ ਖੜੇ ਕਿ ਉਹ ਖਾਲਿਸਤਾਨ ਨੂੰ, ਜੋ ਭਾਰਤੀ ਕਬਜ਼ੇ ਵਾਲਾ ਪੰਜਾਬ ਹੈ, ਉਸ ਨੂੰ ਇੱਕ ਆਜ਼ਾਦ ਮੁਲਕ ਖਾਲਿਸਤਾਨ ਦਾ ਦਰਜਾ ਦੇਣ। ਅੱਜ ਪਾਕਿਸਤਾਨ ਦੀ ਸਰਕਾਰ, ਪਾਕਿਸਤਾਨ ਦੀ ਗਵਰਨਮੈਂਟ ਜਿਹੜੀ ਹੈ UN ਸਿਕਿਉਰਿਟੀ ਕਾਉਂਸਲ ਵਿੱਚ ਬੈਠੀ ਹੈ।
And that's what exactly I was telling you, कि they have to take actively, they have to pursue India actively, ਔਰ ਉਹਦੇ ਵਿੱਚ ਰੈਜ਼ੋਲੂਸ਼ਨ ਪੈਣੇ ਚਾਹੀਦੇ ਆ ਕਿ ਅਸੀਂ ਖਾਲਿਸਤਾਨ ਦੇ ਲਈ ਰੈਫਰੈਂਡਮ ਜੋ ਚੱਲਦਾ ਪਿਆ ਹੈ ਉਹ ਹੋਣਾ ਚਾਹੀਦਾ ਦੁਨੀਆ ਦੇ ਵਿੱਚ। ਜਿਹੜਾ ਰੈਫਰੈਂਡਮ ਹੈ ਦੈਟਸ ਏ ਪੀਸਫੁਲ ਐਂਡ ਡੈਮੋਕ੍ਰੈਟਿਕ ਪ੍ਰੋਸੈਸ। ਦੁਨੀਆ ਦੀ ਕੋਈ ਤਾਕਤ ਤੁਹਾਨੂੰ ਨਹੀਂ ਰੋਕ ਸਕਦੀ ਇਹ ਵਾਲੀ ਗੱਲ ਕਹਿਣ ਤੋਂ। ਜਿੱਥੇ ਦੁਨੀਆ ਦਾ ਸਿੱਖ, ਜਿੱਥੇ ਪੰਜਾਬ ਦਾ ਸਿੱਖ ਪਾਕਿਸਤਾਨ ਦੇ ਨਾਲ ਖਲੋਵੇਗਾ ਤੇ ਭਾਰਤੀ ਫੌਜਾਂ ਨੂੰ ਆਪਣੇ ਪੰਜਾਬ ਚੋਂ ਲੰਘਣ ਨਹੀਂ ਦੇਗਾ, ਉੱਥੇ ਤੁਹਾਡਾ ਵੀ ਫਰਜ਼ ਬਣਦਾ ਹੈ ਕਿ ਤੁਸੀਂ ਆਪਣੀ ਪਾਕ ਔਰ ਤੁਸੀਂ ਆਪਣੀ ਪਾਕਿਸਤਾਨ ਦੀ ਆਜ਼ਾਦੀ ਦੇ ਲਈ ਜਿਹੜੀ ਕਿ ਇਸ ਵਕਤ ਖਤਰੇ 'ਚ ਹੈ, ਤੁਸੀਂ ਇਹ ਮੰਨ ਕੇ ਚੱਲੋ। ਮਤਲਬ ਅੱਖਾਂ ਮੀਚ ਕੇ ਬਿੱਲੀ ਜਿਹੜੀ ਹੁੰਦੀ ਹੈ ਉਹ ਦੂਰ ਨਹੀਂ ਚਲੀ ਜਾਂਦੀ। ਜੇ ਆਪਾਂ ਅੱਖਾਂ ਮੀਚ ਲਈਏ ਜੀ ਬਿੱਲੀ ਆ ਰਹੀ ਹੈ ਤੇ ਸਾਨੂੰ ਦਿਸਦੀ ਨਹੀਂ ਪਈ, ਉਹ ਤੁਹਾਡੇ ਤੇ ਲਗਾਤਾਰ ਵਾਰ ਕਰਦੇ ਪਏ ਹੈ। ਐਂਡ ਬਲੋਚਿਸਤਾਨ ਇਜ਼ ਏ ਪ੍ਰਾਈਮ ਐਗਜ਼ਾਮਪਲ। ਭਾਰਤ ਦਾ ਪ੍ਰਧਾਨ ਮੰਤਰੀ ਖੁੱਲ੍ਹੇਆਮ ਰੈੱਡ ਫੋਰਟ ਤੇ ਖਲੋ ਕੇ ਕਹਿੰਦਾ ਹੈ ਕਿ ਅਸੀਂ ਬੰਗਲਾਦੇਸ਼ ਬਣਵਾਇਆ ਸੀ, ਅਸੀਂ ਬਲੋਚਿਸਤਾਨ ਦੇ ਵਿੱਚ ਹੁਣੇ ਕਰਾਂਗੇ। ਹੋਰ ਉਹ ਕੀ ਕਰਨ ਤੁਹਾਨੂੰ ਦਿਖਾਉਣ ਵਾਸਤੇ? ਤੁਸੀਂ ਇੱਕ ਬੜੀ ਵੱਡੀ ਗੱਲ ਕਰਤੀ ਹੈ ਕਿ ਜੇ ਪਾਕਿਸਤਾਨ, ਬਲਕਿ ਪਾਕਿਸਤਾਨ ਕੋਲ ਵੀ ਇਹ ਟਰੰਪ ਕਾਰਡ ਹੈ ਕਿ ਪਾਕਿਸਤਾਨ ਅਗਰ ਖਾਲਿਸਤਾਨ ਦੀ ਹਮਾਇਤ ਦਾ ਐਲਾਨ ਕਰ ਦੇ ਤੇ ਕਰੋੜਾਂ ਜਿਹੜੇ ਪੰਜਾਬੀ ਇੰਡੀਆ ਵਾਲੇ ਪਾਸੇ ਨੇ, ਸਿੱਖ ਭਰਾ ਨੇ, ਉਹ ਪਾਕਿਸਤਾਨ ਦੇ ਨਾਲ ਖੜੇ ਹੋ ਜਾਣਗੇ। ਮੈਂ ਸਹੀ ਸਮਝਿਆ? ਮੈਂ ਤੁਹਾਨੂੰ ਦੱਸ ਰਿਹਾ ਕਿ ਅਸੀਂ ਤਾਂ ਖਲੋਤੇ ਹੀ ਖਲੋਤੇ ਹਾਂ, ਪਾਕਿਸਤਾਨ ਨੂੰ ਖਲੋਣਾ ਪੈਣਾ। ਅਸੀਂ ਪ੍ਰੂਵ ਕਰ ਚੁੱਕੇ ਹਾਂ। ਹੁਣ ਉਹ ਕਹਿੰਦੇ ਆ ਜੀ ਅਸੀਂ ਹਮਲਾ ਕਰਾਂਗੇ। ਅਸੀਂ ਕਿਹਾ ਹੈ, ਈਵਨ ਸਿੱਖ ਫੌਜੀਆਂ ਨੂੰ ਮੈਂ ਖੁੱਲ੍ਹੇਆਮ ਕਿਹਾ ਹੈ, ਜਿਹਦੇ 'ਚ ਉਹਨਾਂ ਨੇ ਮੇਰੇ ਤੇ ਦੇਸ਼ ਧਰੋਹ ਦਾ ਤੇ ਰਿਵੋਲਟ ਅਗੇਂਸਟ ਆਰਮੀ ਨੂੰ ਕਰਨ ਦਾ ਉਹਨਾਂ ਨੇ ਕੇਸ ਦਰਜ ਕੀਤਾ। ਕਹਿੰਦੇ ਜੀ ਅਸੀਂ NIA 'ਚ ਕੇਸ ਦਰਜ ਕੀਤਾ। ਕੇਸਾਂ ਦੀ ਸਾਨੂੰ ਪਰਵਾਹ ਨਹੀਂ ਗੀ, ਸਾਨੂੰ ਆਪਣੀ ਜਾਨ ਦੀ ਪਰਵਾਹ ਨਹੀਂ ਗੀ। ਸਾਨੂੰ ਇਸ ਗੱਲ ਦੀ ਪਰਵਾਹ ਹੈ ਕਿ ਅੱਲਾ ਨੇ, ਗੁਰੂ ਨਾਨਕ ਨੇ ਜਿਹੜੀ ਜ਼ਿੰਦਗੀ ਦਿੱਤੀ ਹੁੰਦੀ ਹੈ, ਤੁਹਾਡੀ ਜਿਹੜੀ ਮੌਤ ਹੈ ਉਹ ਮੱਥੇ ਤੇ ਲਿਖੀ ਆਂਦੀ ਹੈ। ਉਹ ਭਾਰਤ ਨਹੀਂ ਲੈ ਸਕਦਾ, ਨਰਿੰਦਰ ਮੋਦੀ ਨਹੀਂ ਲੈ ਸਕਦਾ। ਉਹ ਜਿੱਦਣ ਲੈਣੀ ਹੈ ਉਹ ਗੁਰੂ ਨੇ ਲੈ ਲੈਣੀ ਹੈ। ਪਰ ਜਿੰਨੀ ਦੇਰ ਤੱਕ ਤੁਸੀਂ ਰਹਿਣਾ ਹੈ, ਤੁਸੀਂ ਸਿਰ ਉੱਚਾ ਕਰਕੇ ਰਹਿਣਾ। ਅਸੀਂ ਇਹ ਖੁੱਲ੍ਹੇਆਮ ਤੁਹਾਨੂੰ ਦੱਸਿਆ ਔਰ ਇਸ ਗੱਲ ਤੇ ਜ਼ਬਾਨ ਦਿੱਤੀ ਹੈ ਸਿੱਖ ਨੇ ਇਸ ਵਾਰਾਂ ਕਿ ਇੰਡੀਆ ਦੀ ਆਰਮੀ ਪੰਜਾਬ 'ਚੋਂ ਅਸੀਂ ਨਹੀਂ ਲੰਘਣ ਦਿਆਂਗੇ। ਅਸੀਂ ਖੜਾਂਗੇ ਪਾਕਿਸਤਾਨ ਦੇ ਨਾਲ ਔਰ ਦੁਨੀਆ ਭਰ ਦੇ ਵਿੱਚ ਖਲੋਵਾਂਗੇ। ਇਕੱਲੇ ਪੰਜਾਬ ਦੇ ਵਿੱਚ ਨਹੀਂ, ਦੁਨੀਆ ਭਰ ਦੇ ਵਿੱਚ ਅਸੀਂ ਤੁਹਾਡੇ ਨਾਲ ਖਲੋਵਾਂਗੇ ਔਰ ਇਹ ਮੇਕ ਸ਼ੋਰ ਕਰਾਂਗੇ ਕਿ ਜਿਹੜਾ ਇੰਡੀਆ ਹੈ ਉਹ ਪਾਕਿਸਤਾਨ ਨੂੰ ਆਈਸੋਲੇਟ ਨਾ ਕਰ ਸਕੇ ਡਿਪਲੋਮੈਟਿਕਲੀ ਔਰ ਦੁਨੀਆ ਦੇ ਵਿੱਚ। ਤੇ ਸਿੱਖ ਫੌਜੀ ਜਿਹੜਾ ਉਹਨੂੰ ਕੀ ਕਹਿੰਦੇ ਹੋ, ਜਿਹੜਾ ਇੰਡੀਅਨ ਫੋਰਸ ਵਿੱਚ ਹੈ? ਸਿੱਖ ਫੌਜੀ ਨੂੰ ਦੱਸ ਚੁੱਕੇ ਆ ਕਿ ਤੁਸੀਂ, ਪਾਕਿਸਤਾਨ ਤੁਹਾਡਾ ਦੁਸ਼ਮਣ ਨਹੀਂ ਹੈ, ਇਹੀ ਭਾਰਤੀ ਹੁਕੂਮਤ ਤੁਹਾਡੀ ਦੁਸ਼ਮਣ ਹੈ। ਇਹੀ ਭਾਰਤੀ ਫੌਜ, ਇਹੀ ਸਰਕਾਰ ਜਿਸ ਨੇ ਦਰਬਾਰ ਸਾਹਿਬ ਦੇ ਉੱਤੇ 1984 'ਚ ਤੁਹਾਡੇ ਹਮਲਾ ਕੀਤਾ, ਜਿਸ ਨੇ ਤੁਹਾਡੀ ਨਵੰਬਰ 1984 ਦੇ ਵਿੱਚ ਸਿੱਖ ਨਸਲਕੁਸ਼ੀ ਕੀਤੀ, ਜਿਨੇ ਪੰਜਾਬ ਦੇ ਵਿੱਚ ਇੱਕ ਦੌਰ 84 ਤੋਂ ਲੈ ਕੇ 95 ਤੱਕ ਦੇ ਮੇਡ ਦਾ ਪੰਜਾਬ ਦਾ ਕਿਲਿੰਗ ਫੀਲਡਸ ਆਫ ਸਿੱਖਸ, ਹਜ਼ਾਰਾਂ ਦੀ ਤਾਦਾਦ ਦੇ ਵਿੱਚ ਤੁਹਾਡੇ ਬੱਚੇ ਜਿਹੜੇ ਆ ਕੋਹ ਕੇ ਮਾਰ ਦਿੱਤੇ। ਦੁਸ਼ਮਣ ਤੁਹਾਡਾ ਪਾਕਿਸਤਾਨ ਨਹੀਂ ਹੈ, ਦੁਸ਼ਮਣ ਤੁਹਾਡੀ ਭਾਰਤ ਦੀ ਹੁਕੂਮਤ ਹੈ। ਤੁਸੀਂ ਪਾਕਿਸਤਾਨ ਦੇ ਵੱਲ ਜਿਹੜੀ ਆ ਉਹ ਗੋਲੀ ਨਹੀਂ ਚਲਾਣੀ। ਹੁਣ ਅਸੀਂ ਦੇਖਿਆ ਕਿ ਪਾਕਿਸਤਾਨ ਨੇ ਸਾਰੇ ਇੰਡੀਅਨਸ ਦੇ ਵੀਜ਼ੇ ਰਿਜੈਕਟ ਕਰਤੇ ਨੇ, ਮਨਾ ਕਰਤਾ, ਕੱਢਤਾ, ਲੇਕਿਨ ਪਾਕਿਸਤਾਨੀ ਸਰਕਾਰ ਨੇ ਜਿਹੜੇ ਸਿੱਖ ਯਾਤਰੀ ਨੇ ਉਹਨਾਂ ਦੇ ਵੀਜ਼ੇ ਵੀ ਬਹਾਲ ਰੱਖੇ ਨੇ। ਬਲਕਿ ਅੱਜ ਕਰਤਾਰਪੁਰ ਤੋਂ ਵੀ ਜਿੰਨੇ ਲੋਕ ਆਉਂਦੇ ਨੇ ਸਾਡੇ ਸਿੱਖ ਭਰਾ, ਉਹ ਆਏ ਵੀ ਨੇ, ਉਹ ਸਾਰਾ ਦਿਨ ਉੱਥੇ ਗੁਜ਼ਾਰ ਕੇ ਆਪਣੀ ਇਬਾਦਤ ਕਰਕੇ ਵੀ ਗਏ ਨੇ। ਪਾਕਿਸਤਾਨ ਹੁਕੂਮਤ ਦੇ ਇਸ ਜੈਸਚਰ ਨੂੰ ਕਿੰਝ ਦੇਖਦੇ ਹੋ ਤੁਸੀਂ? ਦੇਖੋ, ਦਿਸ ਇਜ਼ ਅ ਗੁੱਡ ਐਂਡ ਅ ਕਾਈਂਡ ਜੈਸਚਰ, ਪਰ ਮੈਂ ਇਹ ਗੱਲਾਂ ਦੱਸਦਾ ਕਿ ਇਹ ਜਿਹੜੇ ਹੁੰਦੇ ਨਾ ਉੱਪਰ ਦੇ ਹੈਗੇ ਆ ਇਸ਼ੂਜ਼, ਸਿਰਫ ਨਾ ਦੇਣ ਵੀਜ਼ੇ ਜਾਂ ਵੀਜ਼ੇ ਦੇਣ ਦੇ ਨਾਲ ਜਿਹੜਾ ਉਹ ਇੰਡੀਆ ਨੇ ਨਹੀਂ ਰੋਕਣਾ। ਯੂ ਹੈਵ ਟੂ ਟੇਕ ਐਨ ਐਕਟਿਵ ਐਂਡ ਪੋਜ਼ਿਟਿਵ ਸਟੈਪਸ ਟੂ ਮੇਕ ਸ਼ੋਰ ਕਿ ਤੁਸੀਂ ਹਮੇਸ਼ਾ ਜਿਹੜਾ ਹੈ ਉਹ ਪੈਸਿਵਲੀ ਨਹੀਂ ਰੁਕੇ ਰਹਿਣਾ। ਜੇ ਸਾਡੇ ਤੇ ਹਮਲਾ ਹੋਏਗਾ ਅਸੀਂ ਦੇਖ ਲਾਂਗੇ, ਉਹ ਸਾਨੂੰ ਕਾਰਨਰ ਕਰਦੇ ਅਸੀਂ ਵੇਖ ਲਾਂਗੇ। ਤੁਸੀਂ ਕਰਦੇ ਕੀ ਪਏ ਹੋ? ਵੈਨ ਵੀ ਆਰ ਰਾਈਟ ਦੇਅਰ ਇਨ ਬਿਟਵੀਨ, ਅਸੀਂ 2 ਕਰੋੜ ਸਿੱਖ ਪਾਕਿਸਤਾਨ ਦੇ ਨਾਲ ਖਲੋਣ ਨੂੰ ਤਿਆਰ ਹਾਂ, ਜਦੋਂ ਅਸੀਂ ਇੱਕ ਮੁਲਕ ਬਣਾਉਣ ਨੂੰ ਤਿਆਰ ਹਾਂ, ਜਦੋਂ ਸੈਂਟਰ ਦੇ ਵਿੱਚ ਅਸੀਂ ਹੈਗੇ ਹਾਂ। ਕਿਸੇ ਇੰਡੀਆ ਦੀ ਇੰਨੀ ਹਿੰਮਤ ਨਹੀਂ ਹੈ ਕਿ ਉਹ ਪੰਜਾਬ ਨੂੰ ਟੱਪ ਕੇ ਪਾਕਿਸਤਾਨ ਦੇ ਉੱਤੇ ਹਮਲਾ ਕਰ ਦੇਗਾ। ਬਿਲਕੁਲ ਹੈ, ਬੜੀ ਵੱਡੀ ਗੱਲ ਕੀਤੀ ਹੈ। ਅਗਰ ਤੇ ਪਾਕਿਸਤਾਨ ਸਟੈਪ ਲਵੇ, ਬਲਕਿ ਮੈਂ ਵੀ ਕਹਾਂਗਾ ਕਿ ਜੇ ਇਸ ਵਕਤ ਪ੍ਰਾਈਮ ਟਾਈਮ ਹੈ ਕਿ ਪਾਕਿਸਤਾਨ ਖਾਲਿਸਤਾਨ ਦੀ ਹਮਾਇਤ ਕਰਦੇ ਹੋਏ ਨਾ ਸਿਰਫ ਹਮਾਇਤ ਕਰੇ, ਬਲਕਿ ਯੂਨਾਈਟਿਡ ਜਿਹੜਾ ਸਿਕਿਉਰਿਟੀ ਕੌਂਸਲ 'ਚ ਹੈ ਤੁਹਾਨੂੰ ਵੀ ਉੱਥੇ ਮਦਊ ਕਰੇ, ਸਿੱਖ ਜਿਹੜੇ ਰਹਿਨੁਮਾ ਨੇ ਉਹਨਾਂ ਨੂੰ ਮੌਕਾ ਦੇਵੇ, ਤਾਂ ਇਟਸ ਅ ਵੈਰੀ ਗੁੱਡ ਐਗਜ਼ਾਮਪਲ ਸੈੱਟ ਹੋਏਗੀ ਔਰ ਪੂਰੀ ਦੁਨੀਆ 'ਚ। ਹੁਣ ਮੈਨੂੰ ਦੱਸੋ ਕਿ ਮੈਂ ਤੁਹਾਡੇ ਰੈਫਰੈਂਡਮ ਵਿੱਚ ਵੀ ਸ਼ਿਰਕਤ ਕੀਤੀ ਸੀ।
ਮੈਂ 4-5 ਜਗ੍ਹਾ ਤੇ ਵੀ ਗਿਆ ਸੀ ਤੇ ਕੀ ਨਤੀਜਾ ਨਿਕਲਿਆ ਕੀ ਲੋਕ ਤੇ ਮੈਂ ਬੜੇ ਵੇਖੇ ਸਨ ਉੱਥੇ ਲੱਖਾਂ ਦੀ ਤਾਦਾਦ 'ਚ ਲੋਕ ਇਹਨਾਂ ਸ਼ਿਰਕਤ ਕਰ ਚੁੱਕੇ ਨੇ ਤੇ ਹੁਣ ਤੁਹਾਡੀ ਇਹ ਜਦੋਜਹਿਦ ਕਿੱਥੋਂ ਤੱਕ ਪਹੁੰਚੀ ਹੈ? ਦੇਖੋ, ਜਿਹੜਾ ਰੈਫਰੈਂਡਮ ਹੈ ਨਾਜ਼ਰ ਸਾਹਿਬ, ਇਹ ਬੜਾ ਲੈਂਥੀ ਪ੍ਰੋਸੈਸ ਹੈ, ਹੂੰ। ਕਿਉਂਕਿ ਸਾਡੇ ਪਿੱਛੇ ਕੋਈ ਕਿਸੇ ਦੇਸ਼ ਦੀ ਹਕੂਮਤ ਜਾਂ ਕੋਈ ਸਰਕਾਰਾਂ ਸਾਡੇ ਪਿੱਛੇ ਨਹੀਂ ਹੈਗੀਆਂ। ਅਸੀਂ ਆਪਣੇ ਸਿੱਖ ਭਰਾਵਾਂ ਦੇ ਜਿਹੜੇ ਆ ਉਹ ਸਹਿਯੋਗ ਦੇ ਨਾਲ, ਉਹਨਾਂ ਦੀ ਮਦਦ ਦੇ ਨਾਲ ਸਟੈਪ ਬਾਏ ਸਟੈਪ ਕਰਦੇ ਪਏ ਹਾਂ, ਔਰ ਅਸੀਂ ਪੂਰੇ ਦੇ ਪੂਰੇ 6 ਕੰਟੀਨੈਂਟ ਜਿਹੜੇ ਆ ਉਹ ਕਵਰ ਕਰਨੇ ਆ। ਹਜੇ ਜਿਹੜਾ ਹੈ ਉਹ ਤਕਰੀਬਨ 30 to 40% ਅਸੀਂ ਵੋਟਿੰਗ ਕੰਪਲੀਟ ਕਰ ਚੁੱਕੇ ਹਾਂ, ਕਿਉਂਕਿ ਇਸ ਦੇ ਵਿੱਚ ਹਰ ਸਿੱਖ ਦੀ ਵੋਟ ਲੈਣਾ ਔਰ ਉਸ ਤੋਂ ਬਾਅਦ ਭਾਰਤੀ ਕਬਜ਼ੇ ਵਾਲੇ ਪੰਜਾਬ 'ਚ ਪਹੁੰਚਣਾ, ਜਿੱਥੇ ਹਰ ਮਜ਼ਹਬ ਦਾ, ਚਾਹੇ ਉਹ ਹਿੰਦੂ ਭਰਾ ਹੈ, ਚਾਹੇ ਮੁਸਲਿਮ ਭਰਾ ਹੈ, ਚਾਹੇ ਸਿੱਖ ਤਾਂ ਚਲੋ ਹੈ ਹੀ ਹੈ, ਉਹ ਇਸ ਦੇ ਵਿੱਚ ਵੋਟ ਪਾਏਗਾ। ਸੋ ਇਟਸ ਅ ਲੈਂਥੀ ਪ੍ਰੋਸੈਸ ਐਂਡ ਵੀ ਆਰ ਗੋਇੰਗ ਥਰੂ ਸਟੈਪ ਬਾਏ ਸਟੈਪ। ਔਰ ਅਗਲਾ ਜਿਹੜਾ ਸਾਡਾ ਮੇਨ ਰੈਫਰੈਂਡਮ ਹੈ ਅਹਿਮ, ਉਹ 17 ਅਗਸਤ ਨੂੰ ਅਸੀਂ ਵਾਸ਼ਿੰਗਟਨ DC ਦੇ ਵਿੱਚ ਕਰਨਾ ਹੈ। ਔਰ ਉਸ ਦਾ ਕਾਰਨ ਇਹ ਹੈ ਕਿ ਅੱਜ ਦੁਨੀਆ ਭਰ ਦੇ ਵਿੱਚ ਜਿੰਨੀ ਪੋਲੀਟੀਕਲ ਪਾਵਰ ਬੈਲੈਂਸ ਜਾਂ ਇੰਬੈਲੈਂਸ ਹੈ, ਕੰਟਰੀਆਂ ਹੋਂਦ ਚਾਹੁੰਦੀਆਂ ਜਾਂ ਕੰਟਰੀਆਂ ਦੇ ਉੱਤੇ ਕੋਈ ਹਮਲੇ ਹੁੰਦੇ ਆ, ਉਸ ਦਾ ਜਿਹੜਾ ਹੱਬ ਹੈ, ਜਿਹੜੀ ਪੋਲੀਟੀਕਲ ਉਹਦਾ ਹੱਬ ਹੈ, ਉਹ ਵਾਸ਼ਿੰਗਟਨ DC ਹੈ, ਜਿੱਥੇ ਪ੍ਰੈਜ਼ੀਡੈਂਟ ਟਰੰਪ ਨੇ ਇਸ ਵਕਤ ਪੂਰੀ ਦੁਨੀਆ ਦੀ ਜਿਹੜੀ ਪੋਲੀਟੀਕਲ ਸਿਨੈਰੀਓਜ਼ ਹੈ, ਜਿਹੜੀ ਪੋਲੀਟੀਕਲ ਉਹਨਾਂ ਦੀ ਸੀਗੀ ਬੈਲੈਂਸਿਸ, ਉਹ ਇੰਬੈਲੈਂਸ ਹੋਇਆ ਪਿਆ। ਉਹ ਕਦੀ ਇੱਕ ਮੁਲਕ ਦੇ ਨਾਲ ਚੱਲਦੇ ਆ, ਕਦੀ ਦੂਸਰੇ ਨਾਲ ਚੱਲ ਰਹੇ ਆ। ਐਂਡ ਦੈਟਸ ਹਾਊ ਦਾ ਕੰਟਰੀਜ਼ ਆਰ, ਨਿਊ ਕੰਟਰੀਜ਼ ਆਰ ਬੋਰਨ। ਨਿਊ ਕੰਟਰੀਜ਼ ਆਰ ਨਾਟ ਬੋਰਨ ਇਨ ਦਾ ਪੀਸ ਟਾਈਮ, ਦੇ ਕਮ ਥਰੂ ਦਾ ਇੰਬੈਲੈਂਸਿਸ, ਚਾਹੇ ਉਹ ਇਕਨੋਮਿਕਲ ਇੰਬੈਲੈਂਸ ਹੈ, ਚਾਹੇ ਉਹ ਵਾਰਫੇਅਰ ਹੈ, ਜਿਹਦੇ 'ਚ ਵੀ ਆਉਂਦਾ ਉਹਦੇ ਵਿੱਚੋਂ ਮੁਲਕ ਨਿਕਲਦੇ ਆ। ਐਂਡ ਵੀ ਸੀ ਦਿਸ ਐਜ਼ ਐਨ ਅਪਰਚੁਨਿਟੀ। ਵੀ ਆਰ ਲੌਬਿੰਗ ਵਿਦ ਦੀ ਵਾਈਟ ਹਾਊਸ ਐਂਡ ਦੀ US Congress that Sikhs in Punjab should be given a right to vote for independence. ਹੁਣ ਇਹ ਹੈ ਕਿ ਇੰਡੀਆ ਦੀ ਹਕੂਮਤ ਜਿਹੜੀ ਆ ਉਹ ਤੁਹਾਡੀ ਸਭ ਤੋਂ ਵੱਡੀ ਦੁਸ਼ਮਣ ਹੈ, ਐਨੇਮੀ ਹੈ। ਤੁਹਾਨੂੰ ਨੰਬਰ 1 ਉਹਨਾਂ ਨੇ ਵਾਂਟਡ ਪਰਸਨ ਵੀ ਡਿਕਲੇਅਰ ਕਰ ਰੱਖਿਆ ਹੈ। ਇੱਕ ਜਿਹੜਾ ਸਿੱਖ ਭਰਾ ਉਹਨੂੰ ਇਹਨਾਂ ਨੇ ਕਰ ਦਿੱਤਾ ਕੈਨੇਡਾ ਵਿੱਚ, ਤੁਹਾਡੇ ਤੇ ਵੀ ਅਟੈਂਪਟ ਹੋ ਰਹੀ ਹੈ। ਕੀ ਕਹਿੰਦੇ ਹੋ ਤੁਸੀਂ ਭਾਰਤੀ ਹਕੂਮਤ ਨੂੰ? ਕੀ ਪੈਗਾਮ ਹੈ ਔਰ ਇਸ ਚੀਜ਼ਾਂ ਦੇ ਉੱਤੇ ਕੀ ਅਸਰ ਹੋ ਗਿਆ? ਤੁਸੀਂ ਰੁਕ ਜਾਓਗੇ ਇਹਦੇ ਤੇ? ਦੇਖੋ, ਸਾਡਾ ਉਹਨਾਂ ਨੇ ਜਿਹੜਾ ਮੇਨ ਕੋਆਰਡੀਨੇਟਰ ਸੀ ਸਾਡੇ ਕੈਨੇਡਾ ਦੇ, ਭਾਈ ਹਰਦੀਪ ਸਿੰਘ ਨਿੱਜਰ, ਉਹ ਸ਼ਹੀਦ ਕੀਤੇ। ਸਾਡੇ UK ਦੇ ਮੇਨ ਜਿਹੜੇ ਆ ਤੇ ਯੂਰਪ ਦੇ ਮੇਨ ਕੋਆਰਡੀਨੇਟਰ ਆ ਭਾਈ ਪਰਮਜੀਤ ਸਿੰਘ ਪੰਮਾ, ਉਹਨਾਂ ਦੇ ਉੱਤੇ ਇੱਕ ਵਾਰੀ ਹਮਲਾ ਕੀਤਾ ਔਰ ਉਹਨਾਂ ਦੀ ਇਸ ਵਕਤ ਉਹਨਾਂ ਨੇ ਉਹਨਾਂ ਦੇ ਸਿਰ ਤੇ ਇਨਾਮ ਰੱਖਿਆ ਹੋਇਆ ਕਿ ਉਹਨਾਂ ਨੂੰ ਕੋਈ ਉੱਥੇ ਮਾਰ ਮੁਕਾਏ। ਮੇਰੇ ਉੱਤੇ ਕੋਸ਼ਿਸ਼ ਕੀਤੀ ਹੈ, ਮੇਰੇ ਤੇ ਇਨਾਮ ਰੱਖਿਆ। ਹਜੇ ਹੁਣ ਇਹਨਾਂ ਨੇ $5 ਲੱਖ ਹਜੇ 4 ਵੀਕ ਹੋਏ ਆ। ਇਹਨਾਂ ਦੇ BJP ਦੇ ਇੱਕ ਮੈਂਬਰ ਪਾਰਲੀਮੈਂਟ ਨੇ ਜਿਹੜਾ ਇਨਾਮ ਰੱਖਿਆ ਵੀ ਇਹਦਾ ਜਿਹੜਾ ਪੰਨੂ ਦਾ ਸਿਰ ਵੱਢ ਕੇ ਲੈ ਕੇ ਆਏਗਾ ਉਹਨੂੰ 5 ਲੱਖ ਦਿਆਂਗੇ। ਸੋ ਪਰ ਜਿੱਦਾਂ ਮੈਂ ਪਹਿਲਾਂ ਦੱਸਿਆ ਸੀ, ਜਿਹੜਾ ਸਿੱਖ ਹੈ, ਜਿਹੜਾ ਗੁਰੂ ਨਾਨਕ ਸਾਹਿਬ ਨੂੰ ਮੰਨਣ ਵਾਲਾ ਹੈ, ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਹੈ, ਅਸੀਂ ਇਹ ਗੱਲ ਮੰਨਦੇ ਹਾਂ ਕਿ ਜਿਹੜੀ ਮੇਰੀ ਮੌਤ ਦਾ ਦਿਨ ਹੈ ਉਹ ਤੈਅ ਹੋ ਚੁੱਕਾ ਜਿੱਦਣ ਮੈਂ ਇਸ ਦੁਨੀਆ 'ਚ ਆਇਆ ਸੀ। ਔਰ ਮੌਤ ਤੋਂ ਜੇ ਅਸੀਂ ਡਰਦੇ ਹੁੰਦੇ ਤੇ ਜ਼ਿੰਦਗੀ ਨਾਲ ਪਿਆਰ ਹੁੰਦਾ ਤੇ ਫਿਰ ਅਸੀਂ ਆਜ਼ਾਦੀ ਦੀ ਲੜਾਈ ਨਹੀਂ ਸੀ ਲੜਨੀ। ਬਾਕੀ ਰਹੀ ਗੱਲ ਜਿਹੜੀ ਨਰਿੰਦਰ ਮੋਦੀ ਦੀ, ਉਹਨੂੰ ਮੇਰੀ ਖੁੱਲੀ ਹਮੇਸ਼ਾ ਚੈਲੰਜ ਹੁੰਦੀ ਹੈ, ਲਾਫੁਲੀ, ਡੈਮੋਕ੍ਰੈਟਿਕ ਐਂਡ ਪੀਸਫੁਲੀ, ਵੀ ਜੇ ਲੜਾਈ ਵੀ ਲੜਨੀ ਹੈ ਨਾ ਤੇ ਫਿਰ ਇਹ ਹਿੰਦੂਤਵਾ ਏਜੰਡਾ ਤੇ ਬੈਕ ਸਟੈਬਿੰਗ ਦੇ ਉੱਤੇ ਲੜਾਈ ਨਹੀਂ ਲੜੀ ਜਾਂਦੀ। ਜੇ ਲੜਾਈ ਹਥਿਆਰਾਂ ਦੀ ਵੀ ਲੜਨੀ ਹੈ ਨਾ, ਖੁੱਲੇ ਆਮ ਇੱਕ ਜਗ੍ਹਾ ਮਿਥ ਲੈਂਦੇ ਆ, ਇੱਧਰੋਂ ਸਿੱਖ ਇਕੱਠੇ ਹੋ ਜਾਣਗੇ, ਉਧਰੋਂ ਤੁਸੀਂ ਆਪਣੀ RSS BJP ਤੇ ਫੌਜ, ਇੰਡੀਆ ਦੀ ਫੌਜ ਲੈ ਕੇ ਆ ਜਾਓ, ਜਿਹੜਾ ਜਿੱਤ ਗਿਆ ਸੋ ਜਿੱਤ ਗਿਆ। ਇਹ ਜਿਹੜੀ ਬੈਕ ਸਟੈਬਿੰਗ ਕਰਨੀ ਹੈ, ਦੈਟ ਇਜ਼ देयर ਹਿੰਦੂਤਵਾਜ਼ ਏਜੰਡਾ, ਕਿ ਇਹ ਹਮੇਸ਼ਾ ਬੈਕ ਸਟੈਬ ਕਰਕੇ ਬੰਦੇ ਨੂੰ ਮਾਰਦੇ ਆ। ਔਰ ਅਸੀਂ ਮੌਤ ਤੋਂ ਨਹੀਂ ਡਰਦੇ। ਵੀ ਆਰ ਗੋਇੰਗ ਟੂ ਕੰਟੀਨਿਊ ਐਂਡ ਵੀ ਗੋਇੰਗ ਟੂ ਕੰਟੀਨਿਊ ਅੰਟਿਲ ਵੀ ਲਿਬਰੇਟ ਪੰਜਾਬ ਫਰਮ ਦੀ ਇੰਡੀਅਨ ਆਕੂਪੇਸ਼ਨ। ਕੈਨੇਡਾ 'ਚ ਜਿਹੜਾ ਕੀਤਾ ਗਿਆ ਸੀ ਨਿੱਜਰ ਭਾਈ ਨੂੰ, ਉਹਦੀ ਤਫਤੀਸ਼ ਦੇ ਬਾਅਦ ਤੇ ਕੈਨੇਡਾ ਦੀ ਹਕੂਮਤ ਨੇ ਬਕਾਇਦਾ ਉਹਨਾਂ ਨੂੰ ਅਕਿਊਜ਼ ਵੀ ਕਰਾਰ ਦੇ ਦਿੱਤਾ ਸੀ। ਬਾਕੀ ਏਜੰਸੀਆਂ ਨੇ ਵੀ, ਮੁਲਕਾਂ ਦੀ ਏਜੰਸੀਆਂ ਨੇ ਵੀ ਉਹਨਾਂ ਨੂੰ ਕਿਹਾ ਹੈ। ਕਿੱਥੋਂ ਤੱਕ ਪਹੁੰਚੀ ਹੈ ਤਫਤੀਸ਼ ਜਾਂ ਇਨਵੈਸਟੀਗੇਸ਼ਨ ਉਹਦੀ, ਤੇ ਕੀ ਅਸਰਾਤ ਨੇ ਹੁਣ ਉਹਦੇ ਤੇ? ਦੇਖੋ, ਉਹ ਇਨਵੈਸਟੀਗੇਸ਼ਨ ਜਿਹੜੀ ਕੈਨੇਡਾ 'ਚ ਹੈ ਨਾ, ਉਹ ਬੜੀ ਉਹ ਚੱਲਦੀ ਹੈ। ਦੇ ਡੋਂਟ ਮੇਕ ਪਬਲਿਕ ਸਟੇਟਮੈਂਟਸ। ਜੋ ਦੁਨੀਆ ਦੇ ਵਿੱਚ ਚੱਲ ਰਿਹਾ ਹੁੰਦਾ ਉਹੀ ਸਾਨੂੰ ਦਿਸਦਾ। ਜਿਵੇਂ ਕਿ ਤੁਸੀਂ ਦੇਖਿਆ ਕਿ ਪਹਿਲੀ ਵਾਰ ਹੋਇਆ ਕਿ ਕਿਸੇ ਮੁਲਕ ਦੇ ਡਿਪਲੋਮੈਟਸ ਇੰਡੀਆ ਨੇ ਜਿਹੜੇ ਆ ਕੱਢੇ ਹੋਣ, ਔਰ ਉਹ ਕੈਨੇਡਾ ਨੇ ਖੁੱਲ੍ਹੇਆਮ ਜਿਹੜਾ ਸੰਜੇ ਵਰਮਾ ਹੈ, ਜਿਹੜਾ ਕਿ ਹੂ ਵਾਜ਼ ਰਨਿੰਗ ਏ ਹੋਲ ਫੁੱਲ ਫਲੈਜਡ ਆਪਰੇਸ਼ਨਸ ਆਫ ਐਕਸਟਰਾ ਜੁਡੀਸ਼ੀਅਲ ਕਿਲਿੰਗਸ, ਆਟਵਾ 'ਚ ਬੈਠ ਕੇ, ਔਰ ਉਸਦੇ 5 ਸਾਥੀ ਕੱਢੇ ਹੈ। ਉਸ ਤੋਂ ਪਹਿਲਾਂ ਉਹਨਾਂ ਨੇ ਰਾ ਦਾ ਕੱਢਿਆ। ਫਿਰ ਉਹਨਾਂ ਨੇ ਇੰਡੀਅਨ ਹੋਮ ਮਿਨਿਸਟਰ ਅਮਿਤ ਸ਼ਾਹ ਦਾ ਦੱਸਿਆ that he is sitting over there and running this extrajudicial and transnational killings.
ਇਦਾਂ ਹੀ ਅਮਰੀਕਾ ਨੇ ਜਿਹੜੇ ਰਾ ਦੇ ਇੱਥੇ ਡਾਕੂਮੈਂਟਡ ਆਫੀਸਰਸ ਹੁੰਦੇ ਆ ਪਲੇਸਡ ਅੰਬੈਸੀਆਂ ਚੋਂ, ਉਹ ਉਹਨਾਂ ਨੇ 2023 ਦੇ ਉੱਤੋਂ ਦੀ ਐਕਸਪੈਲ ਕਰ ਦਿੱਤੇ ਆ। ਉਹ ਉਹਨਾਂ ਨੇ ਪਬਲਿਕਲੀ ਇਹਨਾਂ ਨੇ ਨਹੀਂ ਦੱਸਿਆ, ਇੰਡੀਆ ਆਪ ਮੰਨਦਾ ਉਹਨਾਂ ਨੇ ਕੱਢ ਦਿੱਤੇ ਆ। ਸੋ ਇਨਵੈਸਟੀਗੇਸ਼ਨ ਇਜ਼ ਗੋਇੰਗ ਟੂ ਕੰਟੀਨਿਊ ਐਂਡ ਇਟਸ ਗੋਇੰਗ ਟੂ ਗੋ ਟੂ ਦ ਲੌਜੀਕਲ ਐਂਡ ਕਿ ਜਿਹੜੀ ਇੰਡੀਅਨ ਏਜੰਸੀਜ਼ ਹੈ, ਜਿਹੜੀ ਰਾ ਹੈ ਜਾਂ ਜਿਹੜਾ NSA ਉਹਨਾਂ ਦਾ ਅਜੀਤ ਡੋਵਲ ਹੈ, the one who runs the whole show, ਔਰ ਜਿਸ ਦੇ ਕਾਰਨ ਹੀ ਜਿਸ ਵੀ ਤੁਸੀਂ ਵੇਖਿਆ ਕਿ ਪਾਕਿਸਤਾਨ ਦੇ ਵਿੱਚ ਵੀ ਇਹਨਾਂ ਨੇ ਜਿਹੜੀ ਹੈ ਕਿਲਿੰਗਸ, ਡਾਕੂਮੈਂਟਡ ਕਿਲਿੰਗਸ ਕੀਤੀਆਂ ਪਾਕਿਸਤਾਨ ਦੇ ਅੰਦਰ ਵੜ ਕੇ। ਐਂਡ ਦੈਟਸ ਵਾਈ they see no accountability। ਜੇ ਪਾਕਿਸਤਾਨ ਦੇ ਅੰਦਰ ਵੜ ਕੇ ਉਹ ਪਾਕਿਸਤਾਨ ਦੇ ਸਿਟੀਜ਼ਨਸ ਨੂੰ ਮਾਰਦੇ ਆ ਔਰ ਉੱਥੋਂ ਚਲੇ ਜਾਂਦੇ ਆ ਤੇ ਅਕਾਊਂਟੇਬਿਲਟੀ ਨਹੀਂ ਹੁੰਦੀ, ਤੇ ਉਹਨਾਂ ਦਾ ਦਿਲ ਵੱਧਦਾ ਵੀ ਅਸੀਂ ਕਿਸੇ ਜਗ੍ਹਾ ਤੇ ਵੀ ਜਾ ਕੇ ਮਾਰ ਕੇ ਤੇ ਅਸੀਂ ਵਾਪਸ ਜਾ ਸਕਦੇ ਹਾਂ। ਅੱਛਾ, ਹੁਣ ਮੈਨੂੰ ਇਹ ਦੱਸੋ, ਤੁਹਾਡੇ ਦੇ ਉੱਤੇ ਜਿਹੜਾ ਇਹਨਾਂ ਨੇ ਕੋਸ਼ਿਸ਼ ਕੀਤੀ ਸੀ, ਉਹਦੀ ਇਨਵੈਸਟੀਗੇਸ਼ਨ ਦਾ ਕੀ ਬਣਿਆ ਅਮਰੀਕਾ 'ਚ? ਕੀ ਸੂਰਤ ਹਾਲ ਹੈ? ਐਜ਼ ਆਈ ਸਟੇਟਡ ਅਰਲੀਅਰ ਕਿ ਉਹ ਪਬਲਿਕ ਡੋਮੇਨ ਦੇ ਵਿੱਚ ਹੈਗੀ ਹੈ। ਨਵੰਬਰ ਦੇ ਵਿੱਚ ਜਿਹੜਾ ਹੈ ਉਹ ਟਰਾਇਲ ਜੱਜ ਨੇ ਰੱਖਿਆ ਨਵੰਬਰ 3 ਨੂੰ, ਔਰ ਉਸ ਜਿਹੜੀ ਇਹਨਾਂ ਨੇ ਮੇਰੇ ਤੇ ਅਸੈਸੀਨੇਸ਼ਨ ਅਟੈਂਪਟ ਜਿਹਦੀ ਇੰਡਾਈਟਮੈਂਟ ਚੱਲ ਰਹੀ ਹੈ ਉਹਦੇ ਵਿੱਚ ਇੱਕ ਇੰਡੀਅਨ ਏਜੰਟ ਉਹਨਾਂ ਨੇ ਫੜਿਆ ਹੋਇਆ। ਦੂਸਰਾ ਰਾ ਦਾ ਜਿਹੜਾ ਏਜੰਟ ਹੈ, ਰਾ ਦਾ ਵਿਕਾਸ ਯਾਦਵ, ਉਸ ਨੂੰ FBI ਨੇ ਮੋਸਟ ਵਾਂਟਿਡ ਜਿਹੜਾ ਹੈ ਉਹ ਦਿੱਤਾ, ਡਿਕਲੇਅਰ ਕੀਤਾ, ਐਂਡ ਦੇ ਆਰ ਪ੍ਰੋਬੈਬਲੀ ਪਰਸੂਇੰਗ ਟੂ ਬ੍ਰਿੰਗ ਹਿਮ ਬੈਕ ਟੂ US। ਇਹਦੇ ਪਿੱਛੇ ਤੇ ਸਾਰੇ ਮੋਦੀ ਹੈ ਨਾ, ਤੇ ਮੋਦੀ ਦੇ ਖਿਲਾਫ ਨਹੀਂ ਤੁਸੀਂ ਕੋਈ ਇਸ ਬਾਰੇ ਕੋਈ ਕਰ ਸਕਦੇ ਕਿ ਜੀ ਉਹਨੂੰ ਵੀ ਇਨਵੈਸਟੀਗੇਸ਼ਨ 'ਚ ਸ਼ਾਮਿਲ ਕੀਤਾ ਜਾਏ? ਨਹੀਂ, ਬਚੇਗਾ ਮੋਦੀ ਵੀ ਨਹੀਂ। ਦੇਖੋ, ਸਿੱਖ ਦਾ ਸਾਡਾ ਇੱਕ ਇਤਿਹਾਸ ਹੈ ਕਿ ਅਸੀਂ ਕਦੀ ਕਿਸੇ ਦੇ ਪਹਿਲਾਂ ਮੱਥੇ 'ਚ ਗੋਲੀ ਨਹੀਂ ਮਾਰੀ, ਅਸੀਂ ਕਦੀ ਕਿਸੇ ਨੂੰ ਪਹਿਲਾਂ ਘਰੇ ਜਾ ਕੇ ਹਮਲਾ ਨਹੀਂ ਕੀਤਾ, ਪਰ ਜਿਸ ਨੇ ਵੀ ਸਾਡੇ ਤੇ ਹਮਲਾ ਕੀਤਾ ਉਹ ਅਸੀਂ ਛੱਡਿਆ ਨਹੀਂਗਾ, ਚਾਹੇ ਉਹ ਇੰਦਰਾ ਗਾਂਧੀ ਸੀ, ਚਾਹੇ ਨਰਿੰਦਰ ਮੋਦੀ ਹੋਏ, ਤੇ ਚਾਹੇ ਅਮਿਤ ਸ਼ਾਹ ਹੋਏ। ਪਰ ਇਸ ਵਕਤ ਜਿਹੜੀ ਸਾਡੀ ਲੜਾਈ ਹੈ, we are following a peaceful and a democratic campaign and we wanted to see the end of that one. But Modi is in power right now as a prime minister, and the laws of the nations and the law of United States says ਕਿ ਜਿਹੜਾ ਵੀ head of the state ਹੈ, he has a immunity। So ਮੋਦੀ ਨੂੰ immunity ਹੈ, ਉਹਦੇ ਅਮਿਤ ਸ਼ਾਹ ਨੂੰ immunity ਹੈ, ਉਹਦੇ ਜੈ ਸ਼ੰਕਰ ਨੂੰ immunity ਹੈ, ਪਰ ਜਿਹੜੀ ਇਹ immunity ਹੁੰਦੀ ਹੈ, this is not a lifelong immunity। ਜਿਸ ਦਿਨ ਇਹ ਆਪਣੇ ਪ੍ਰਾਈਮ ਮਿਨਿਸਟਰਸ਼ਿਪ ਤੋਂ ਹਟੇਗਾ, and you can keep my video, this one, if I survive by that time, we are going to hold Narendra Modi, Amit Shah, Jai Shankar, Ajit Doval accountable under the international laws, and they will face justice। ਤੁਸੀਂ ਕਸ਼ਮੀਰ ਦੇ ਹਵਾਲੇ ਨਾਲ ਪਹਿਲੇ ਬੜੇ ਵੋਕਲ ਰਹੇ ਹੋ, ਤੇ ਤੁਸੀਂ ਜਿਹੜੀ ਕਸ਼ਮੀਰ ਦੀ ਤਹਿਰੀਕ ਚੱਲ ਰਹੀ ਹੈ ਆਜ਼ਾਦੀ ਦੀ, ਉਹਦੀ ਵੀ ਹਿਮਾਇਤ ਕਰਦੇ ਹੋ। ਹੁਣ ਕੀ ਕਹਿੰਦੇ ਹੋ ਕਸ਼ਮੀਰੀ ਭਰਾਵਾਂ ਨੂੰ? ਦੇਖੋ, ਕਸ਼ਮੀਰ ਦੀ ਅਸੀਂ 2019 ਤੋਂ ਲਗਾਤਾਰ ਉਹਨਾਂ ਦੀ ਮਦਦ ਕਰਦੇ ਹਾਂ, ਪਰ ਥੋੜੀ ਜਿਹੀ ਡਿਸਅਪੁਆਇੰਟਮੈਂਟ ਇਹ ਹੈ ਕਿ ਉਹ ਜਿਹੜਾ ਬੰਦਾ ਆਪਣੀ ਆਪ ਹੀ ਮਦਦ ਨਹੀਂ ਕਰਦਾ ਪਿਆ। ਹੁਣ ਕਸ਼ਮੀਰ ਦੇ ਵਿੱਚ ਫਰੀडम ਫਾਈਟਰਸ ਜਿਹੜੇ ਹੈ, they are defending themselves against a 70,000 ਇੰਡੀਅਨ ਆਰਮੀ। ਉਹ ਆਪਣੇ ਕਸ਼ਮੀਰ ਦੀ ਆਜ਼ਾਦੀ ਦੇ ਲਈ ਆਪਣੇ ਆਪ ਨੂੰ ਮਿਲੀਟਰੀਲੀ, ਆਰਮਡਲੀ ਡਿਫੈਂਡ ਕਰਦੇ ਪਏ ਹੈ। ਪਰ ਜਿਹੜਾ ਬਾਹਰ ਦਾ ਬੈਠਾ ਹੈ ਕਸ਼ਮੀਰ ਤੋਂ ਬਾਹਰ ਬੈਠਾ ਕਸ਼ਮੀਰੀ, ਚਾਹੇ ਉਹ ਅਮਰੀਕਾ 'ਚ ਬੈਠਾ ਹੈ, ਕੈਨੇਡਾ 'ਚ ਬੈਠਾ ਹੈ, UK 'ਚ ਬੈਠਾ ਹੈ, ਤੁਸੀਂ ਮੈਨੂੰ ਦੱਸੋ ਵੀ ਕਿੰਨੀ ਵਾਰੀ ਤੁਸੀਂ ਵੇਖਿਆ ਕਿ ਉਹ ਹਿੰਦੁਸਤਾਨ ਦੀਆਂ ਜਿਹੜੀਆਂ ਐਮਬੈਸੀਆਂ ਉਹਦੇ ਸਾਹਮਣੇ ਜਾ ਕੇ ਖਲੋਤਾ ਜਾਂ ਉਹਨੇ ਐਮਬੈਸੀ ਬੰਦ ਕੀਤੀ ਹੈ। ਜਿਹੜੀ ਇੱਕ ਡਿਫੈਂਸ ਦੀ ਜਿਹੜੀ ਡਿਫੈਂਡ ਕਰਦੇ ਪਏ ਉੱਥੇ ਕਸ਼ਮੀਰੀ ਫਰੀडम ਫਾਈਟਰਸ, they are basically left orphan by the Kashmiris who are outside, ਜਿਹੜੀ ਕਿ ਉਹਨਾਂ ਨੂੰ ਇੱਕ ਬਹੁਤ ਨੈਗੇਟਿਵ ਉਹਨਾਂ ਦੇ ਲਈ ਦੁਨੀਆ 'ਚ ਪਹੁੰਚੇਗੀ ਜੇ ਇਹ ਤਾਰੀਖ ਉਹ ਨਾ ਜਿੱਤ ਸਕੇ। they will be held accountable, they will be blamed themselves ਕਿ ਕਸ਼ਮੀਰ ਦੇ ਜਿਹੜੇ ਬਸ਼ਿੰਦੇ ਸੀ, ਕਸ਼ਮੀਰ ਦਾ ਜਿਹੜਾ ਨੌਜਵਾਨ ਸੀ, ਉਹ ਤੇ ਆਪਣੇ ਆਪ ਨੂੰ ਹਥਿਆਰਬੰਦ ਹੋ ਕੇ ਡਿਫੈਂਡ ਕਰ ਰਿਹਾ ਹੈ, ਪਰ ਜਿਹੜੇ ਬਾਹਰ ਬੈਠੇ ਹੈ ਦੁਨੀਆ ਦੇ ਵਿੱਚ, ਜਿਹੜੇ ਸਿਰਫ ਜਿਨ੍ਹਾਂ ਨੇ ਆਵਾਜ਼ ਚੁੱਕਣੀ ਹੈ, ਉਹ ਆਪਣੇ ਘਰਾਂ 'ਚ ਬੈਠੇ ਹੈ। ਤੁਸੀਂ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਤੇ ਆਰਮੀ ਚੀਫ ਨੂੰ ਕੁਝ ਕਹਿਣਾ ਚਾਹੋਗੇ? ਸਿਰਫ ਵਨ ਥਿੰਗ ਹੈ ਕਿ they have to take an active action to defend the territorial integrity of Pakistan. Otherwise, they are going to lose another state, which will be Balochistan, because India's Narendra Modi has publicly stated that we will have Pakistan into pieces. Today is the time that the people of Pakistan should push the Prime Minister and the army that they should stand their ground. The Punjab, which is Khalistan,
they should openly support. I'm not saying कि वो army भेज दें. All I'm saying is, what is stopping them to go to the UN? They are in the UN as a Security Council member. What is stopping them when we are openly and publicly stating ਕਿ ਅਸੀਂ ਇੰਡੀਆ ਦੀ ਆਰਮੀ ਪੰਜਾਬ ਚੋਂ ਨਹੀਂ ਲੰਘਣ ਦੇਵਾਂਗੇ? ਇਸ ਤੋਂ ਵੱਡੀ ਗੱਲ ਅਸੀਂ ਕੀ ਕਹੀਏ? We will go to each and every Sikh soldier's family and tell them that do not fight against Pakistan, do not pick up a weapon against Pakistan. Now it is the responsibility and the onus is on Pakistan. ਚਲੋ, ਹੁਣ ਤੁਹਾਡਾ ਰੈਫਰੈਂਡਮ ਹੋਣਾ ਜਾ ਰਿਹਾ ਹੈ 17 ਅਗਸਤ ਨੂੰ, 17 ਅਗਸਤ ਨੂੰ। ਜਿਹੜੇ ਮੈਂ ਦੇਖਿਆ ਕਿ ਜਿਹੜੇ ਤਾੜੇ ਹੋਏ ਨੇ ਉਹਦੇ 'ਚ ਪਾਕਿਸਤਾਨੀ ਕਮਿਊਨਿਟੀ ਨੂੰ ਤੁਸੀਂ ਕੋਈ ਇਨਵੋਲਵ ਨਹੀਂ ਕਰਦੇ। ਕੀ ਤੁਸੀਂ ਕਹੋਗੇ ਉਹਨਾਂ ਨੂੰ ਕਿ ਜੀ ਜਿਹੜਾ ਵਾਸ਼ਿੰਗਟਨ ਡੀਸੀ 'ਚ ਹੈ ਪਾਕਿਸਤਾਨੀ ਤੇ ਕਸ਼ਮੀਰੀ ਕਮਿਊਨਿਟੀ ਵੀ ਉੱਥੇ ਆਏ ਤੇ ਅਬਜ਼ਰਵ ਕਰੇ? ਐਜ਼ ਅ ਅਬਜ਼ਰਵਰ ਜਿਹੜੇ ਹੈ ਉਹ ਕਸ਼ਮੀਰ ਦੇ ਲੋਕ ਆ ਸਕਦੇ ਆ, ਕਿਉਂਕਿ ਕਸ਼ਮੀਰ ਹੈਜ਼ ਆਲਰੇਡੀ ਬੀਨ ਅਪਰੂਵਡ ਅੰਡਰ UN ਸਿਕਿਉਰਿਟੀ ਕਾਉਂਸਲ, ਜਿਹੜਾ ਰੈਜ਼ੋਲੂਸ਼ਨ ਸੀ 1948 ਦਾ ਕਿ ਪਲੈਬੀਸਾਈਟ ਕਰਾਇਆ ਜਾਏ। ਪਰ ਜਿਹੜੀ ਪਾਰਟਿਸਿਪੇਸ਼ਨ ਹੈ, ਦੇ ਕੈਨ ਕਮ ਐਜ਼ ਅ ਅਬਜ਼ਰਵਰ। ਜਿਹੜੀ ਪਾਰਟਿਸਿਪੇਸ਼ਨ ਹੈ, ਜਿਹੜੀ ਵੋਟਿੰਗ ਹੈ, ਦੈਟ ਇਜ਼ ਓਨਲੀ ਫॉर ਦ ਇੰਡੀਜਨਸ ਪੀਪਲ, ਸਿੱਖਸ ਵਾਸਤੇ ਹੈਗੀ ਆਊਟਸਾਈਡ। ਵੋਟਾਂ ਸਿਰਫ ਸਿੱਖ ਪਾ ਸਕਣਗੇ, ਬਟ ਵੀ ਵਿਲ ਵੈਲਕਮ ਦੀ ਪੀਪਲ ਫਰਮ ਕਸ਼ਮੀਰ to come and watch that how we are doing the referendum, and maybe they can take a lead and start doing it for themselves. ਓਕੇ, ਥੈਂਕ ਯੂ ਵੈਰੀ ਮਚ ਜੀ ਤੁਹਾਡੇ ਟਾਈਮ ਦਾ, ਤੇ ਬੈਸਟ ਵਿਸ਼ੇਸ ਫॉर ਯੂਰ ਪੀਸਫੁਲ ਮੂਵਮੈਂਟ ਤੇ ਜਿਹੜਾ ਰੈਫਰੈਂਡਮ ਆ ਰਿਹਾ। ਥੈਂਕ ਯੂ ਵੈਰੀ ਮਚ। Thank you very much, Azhar Saab. Pakistan Zindabad, Khalistan Zindabad. ਥੈਂਕ ਯੂ ਵੈਰੀ ਮਚ।